He never sold his rice except in a small quantities. ਉਹ ਕਦੀ ਵੀ ਆਪਣੇ ਰਾਈਸ ਨੂੰ ਜ਼ਿਆਦਾ ਵੱਡੀ ਮਾਤਰਾ 'ਚ ਨਹੀਂ ਵੇਚਦਾ ਸੀ, ਛੋਟੀਆਂ-ਛੋਟੀਆਂ ਮਾਤਰਾਵਾਂ ਵਿੱਚ ਵੇਚਦਾ ਸੀ ਐਂਡ ਟੂ ਨੋਨ ਕਸਟਮਰਸ, ਤੇ ਸਿਰਫ ਜਾਣ ਪਹਿਚਾਣ ਵਾਲੇ ਕਸਟਮਰਸ ਨੂੰ ਹੀ। ਹੀ ਟੁੱਕ देयर ਕੈਸ਼ ਇਨ ਐਡਵਾਂਸ, ਉਹ ਪੈਸੇ ਐਡਵਾਂਸ ਵਿੱਚ ਲੈ ਲੈਂਦਾ ਸੀ ਐਂਡ ਟੋਲਡ them ਟੂ ਕਾਲ ਪਲੇਟਰ, ਅਤੇ ਉਹਨਾਂ ਨੂੰ ਕਹਿੰਦਾ ਕਿ ਸਮਾਨ ਲੈ ਕੇ ਜਾਣ ਵਾਲੇ ਨੂੰ ਬੁਲਾ ਲਓ। ਹੀ ਆਲਵੇਜ਼ ਥਰੂ ਇਨ ਅ ਡਾਊਟ, ਉਹ ਹਮੇਸ਼ਾ ਉਹਨਾਂ ਨੂੰ ਡਾਊਟ ਵਿੱਚ ਹੀ ਪਾ ਦਿੰਦਾ। ਕੀ ਕਹਿ ਕੇ? ਕਹਿੰਦਾ there was a person who had a little rice, ਕਿ ਮੈਂ ਜਿਹੜੇ ਪਰਸਨ ਕੋਲ ਰਾਈਸ ਲੈਣੇ ਆ ਉਹਦੇ ਕੋਲ ਰਾਈਸ ਘੱਟ ਹਨ। I don't know if he still has it, ਮੈਨੂੰ ਪਤਾ ਨਹੀਂ ਕਿ ਉਸ ਕੋਲ ਹੁਣ ਵੀ ਰਾਈਸ ਹੋਣਗੇ ਕਿ ਨਹੀਂ। Anyway, leave the cash with me, ਕੋਈ ਨਾ ਫਿਰ ਵੀ ਤੁਸੀਂ ਕੈਸ਼ ਮੇਰੇ ਕੋਲ ਛੱਡ ਦਿਓ। Sometimes he returned the money with sorry not available, ਕੁਝ ਵਾਰ ਤਾਂ ਉਹ ਪੈਸਾ ਵਾਪਸ ਕਰ ਦਿੰਦਾ ਇਹ ਕਹਿ ਕੇ ਕਿ ਮਾਫ ਕਰਨਾ ਚਾਵਲ ਅਵੇਲੇਬਲ ਨਹੀਂ ਹਨ। The man said he had it, ਮੈਨੂੰ ਉਸ ਵਿਅਕਤੀ ਨੇ ਕਿਹਾ ਸੀ ਕਿ ਮੇਰੇ ਕੋਲ ਚਾਵਲ ਹਨ। But you know how we can never count on these things nowadays, ਪਰ ਤੁਹਾਨੂੰ ਪਤਾ ਹੀ ਹੈ ਅੱਜ ਕੱਲ੍ਹ ਦੇ ਦਿਨਾਂ ਵਿੱਚ ਉਹਨਾਂ 'ਤੇ ਵਿਸ਼ਵਾਸ ਨਾ ਕਰਕੇ ਵੀ ਅਸੀਂ ਨਿਰਭਰ ਨਹੀਂ ਰਹਿ ਸਕਦੇ। One evening, as he had just closed his shop, ਇੱਕ ਸ਼ਾਮ ਨੂੰ ਜਦੋਂ ਉਸਨੇ ਆਪਣੀ ਦੁਕਾਨ ਬੰਦ ਹੀ ਕੀਤੀ ਸੀ and started out with the key in his pocket, ਅਤੇ ਘਰ ਵਾਪਸ ਜਾਣ ਲਈ ਦੁਕਾਨ ਦੀ ਚਾਬੀ ਆਪਣੀ ਜੇਬ 'ਚ ਪਾਈ ਸੀ, a person halted before him and said, ਇੱਕ ਪਰਸਨ ਉਹਦਾ ਰਾਹ ਰੋਕ ਕੇ ਖੜਾ ਹੋ ਗਿਆ ਅਤੇ ਉਸਨੇ ਕਿਹਾ, oh you have closed, just my luck, oh ਤੁਸੀਂ ਦੁਕਾਨ ਬੰਦ ਕਰ ਦਿੱਤੀ, ਦੇਖੋ ਮੇਰੀ ਕਿਸਮਤ। I have other business now, ਮੈਨੂੰ ਹੁਣ ਹੋਰ ਕੰਮ ਹੈ। No time to stop and talk, ਮੇਰੇ ਕੋਲ ਹੁਣ ਰੁਕਣ ਲਈ ਅਤੇ ਗੱਲਬਾਤ ਕਰਨ ਲਈ ਕੋਈ ਸਮਾਂ ਨਹੀਂ ਹੈ। said ਸੁਬੀਆ, ਸੁਬੀਆ ਨੇ ਕਿਹਾ। he went past him, ਉਹ ਉਸ ਨੂੰ ਛੱਡ ਕੇ ਲੰਘਿਆ। the other man followed him, ਦੂਸਰੇ ਵਿਅਕਤੀ ਨੇ ਉਸ ਦਾ ਪਿੱਛਾ ਕੀਤਾ। he held him by the arm and cried, ਉਸ ਨੇ ਸੁਬੀਆ ਨੂੰ ਬਾਂਹ ਤੋਂ ਫੜਿਆ ਅਤੇ ਰੋਇਆ। you must open your shop and give me rice, ਤੈਨੂੰ ਦੁਕਾਨ ਖੋਲ ਕੇ ਜ਼ਰੂਰ ਹੀ ਮੈਨੂੰ ਚਾਵਲ ਦੇਣੇ ਚਾਹੀਦੇ ਹਨ। I can't let you go, ਮੈਂ ਤੈਨੂੰ ਜਾਣ ਨਹੀਂ ਦੇ ਸਕਦਾ। my two children are crying for food, ਮੇਰੇ ਦੋ ਬੱਚੇ ਭੁੱਖ ਨਾਲ ਬਿਲਕ ਰਹੇ ਹਨ। they and my old mother have been starving, ਉਹ ਅਤੇ ਮੇਰੀ ਬੁੱਢੀ ਮੰਮੀ ਭੁੱਖ ਨਾਲ ਤੜਪ ਰਹੇ ਹਨ। my ration card was exhausted 3 days ago, ਮੇਰਾ ਰਾਸ਼ਨ ਕਾਰਡ 3 ਦਿਨ ਪਹਿਲਾਂ ਹੀ ਖਤਮ ਹੋ ਚੁੱਕਿਆ ਹੈ। I can't see them in that condition anymore, ਮੈਂ ਉਹਨਾਂ ਨੂੰ ਹੋਰ ਜ਼ਿਆਦਾ ਇਸ ਹਾਲਤ ਵਿੱਚ ਨਹੀਂ ਦੇਖ ਸਕਦਾ। please somehow give me some rice, ਕਿਰਪਾ ਕਰਕੇ ਕੁਝ ਹੱਦ ਤੱਕ ਮੈਨੂੰ ਕੁਝ ਚਾਵਲ ਦੇ ਦਿਓ। I have gone round and whole town today, but I could not get a grain anywhere, ਮੈਂ ਸਾਰਾ ਦਿਨ ਸਾਰੇ ਨਗਰ ਵਿੱਚ ਘੁੰਮਦਾ ਰਿਹਾ ਹਾਂ ਪਰ ਮੈਨੂੰ ਕਿਤੇ ਵੀ ਅਨਾਜ ਨਹੀਂ ਮਿਲਿਆ। at home they will be thinking I am returning with something, ਘਰ ਵਿੱਚ ਉਹ ਸੋਚ ਰਹੇ ਹਨ ਕਿ ਮੈਂ ਕੁਝ ਅਨਾਜ ਲੈ ਕੇ ਆਵਾਂਗਾ। they will, God knows what they will do when they see me go back empty handed, ਪਰਮਾਤਮਾ ਜਾਣਦਾ ਹੈ ਕਿ ਉਹ ਕੀ ਕਰ ਬੈਠਣਗੇ ਜਦੋਂ ਉਹਨਾਂ ਨੇ ਮੈਨੂੰ ਖਾਲੀ ਹੱਥ ਆਏ ਦੇਖਿਆ। how much do you want, ਤੈਨੂੰ ਕਿੰਨੇ ਚਾਹੀਦੇ ਹਨ ਚਾਵਲ। give me a seer, there are 6 mouths to feed at home, ਮੈਨੂੰ ਇੱਕ ਸੇਰ ਚਾਵਲ ਦੇ ਦਿਓ, ਮੇਰੇ ਘਰ ਵਿੱਚ 6 ਜਣੇ ਹਨ ਜਿਨ੍ਹਾਂ ਨੂੰ ਖਵਾਣੇ ਹਨ। how much have you, ਤੇਰੇ ਕੋਲ ਕਿੰਨੇ ਪੈਸੇ ਹਨ। the man held up a half rupee coin, ਉਸ ਵਿਅਕਤੀ ਨੇ ਅੱਧੇ ਰੁਪਏ ਦਾ ਸਿੱਕਾ ਫੜਿਆ। ਸੁਬੀਆ looked at the coin with contempt, ਸੁਬੀਆ ਨੇ ਸਿੱਕੇ ਵੱਲ ਅਪਮਾਨ, ਨਿੰਦਾ, ਤਿਰਸਕਾਰ ਦੀ ਭਾਵਨਾ ਨਾਲ ਦੇਖਿਆ। you expect to get 1 seer of rice for this, ਤੂੰ ਇਸ ਸਿੱਕੇ ਦੇ ਨਾਲ ਇੱਕ ਸੇਰ ਚਾਵਲ ਖਰੀਦਣਾ ਚਾਹੁੰਦਾ ਹੈ। but it's 3 seers for a rupee, isn't it, ਉਸ ਵਿਅਕਤੀ ਨੇ ਕਿਹਾ ਪਰ 1 ਰੁਪਏ ਵਿੱਚ 3 ਸੇਰ ਆਉਂਦੇ ਹਨ, ਕੀ ਏਦਾਂ ਨਹੀਂ ਹੈ। don't talk of all that now, ਇਹੋ ਜਿਹੀਆਂ ਗੱਲਾਂ ਹੁਣ ਨਾ ਮੇਰੇ ਨਾਲ ਕਰ। you will starve if you talk of controlled price and such nonsense, ਤੂੰ ਭੁੱਖਾ ਮਰ ਜਾਏਗਾ ਜੇ ਇਹੋ ਜਿਹੇ ਕੰਟਰੋਲਡ ਪ੍ਰਾਈਸ ਦੀ ਗੱਲ ਜਾਂ ਮੂਰਖਤਾਪੂਰਨ ਗੱਲਾਂ ਮੇਰੇ ਨਾਲ ਹੁਣ ਕੀਤੀਆਂ।
he felt enraged ਹੁੰਦਾ ਖਫਾ ਹੋ ਗਿਆ, ਉਹ ਖਫਾ ਹੋ ਗਿਆ। if you have another 8 ਆਨਾਸ, ਜੇ ਤੇਰੇ ਕੋਲ ਹੋਰ 8 ਆਨੇ ਹਨ, perhaps ਸ਼ਾਇਦ you may get a share, ਤਾਂ ਤੈਨੂੰ ਇੱਕ ਸ਼ੇਰ ਚਾਵਲ ਮਿਲ ਜਾਣਗੇ। said ਸੁਭਿਆ ਨੇ ਕਿਹਾ। the other shook his head, ਦੂਜੇ ਵਿਅਕਤੀ ਨੇ ਨਾ ਵਿੱਚ ਸਿਰ ਹਿਲਾਇਆ। this is the end of the month, ਇਹ ਮਹੀਨੇ ਦਾ ਅਖੀਰ ਹੈ। you see, ਤੁਸੀਂ ਜਾਣਦੇ ਹੋ। this is all I have, ਸਿਰਫ ਇਹੀ ਹੈ ਮੇਰੇ ਕੋਲ। you will get only half a share, ਤੈਨੂੰ ਸਿਰਫ ਅੱਧਾ ਸ਼ੇਰ ਹੀ ਚਾਵਲ ਮਿਲਣਗੇ। that's the price a man I know will demand, ਇਹ ਉਹ ਪ੍ਰਾਈਸ ਹੈ ਜਿਹੜਾ ਮੈਂ ਆਪਣੇ ਜਾਣ ਪਛਾਣ ਦੇ ਵਿਅਕਤੀ ਲਈ ਡਿਮਾਂਡ ਕਰਦਾ ਹਾਂ। all right, the other said, ਠੀਕ ਹੈ, ਦੂਜੇ ਨੇ ਕਿਹਾ। better than nothing, ਕੁਝ ਨਾ ਨਾਲੋਂ ਕੁਝ ਲੈ ਕੇ ਜਾਣਾ ਚੰਗਾ ਹੈ। give the coin here, said ਸੁਭਿਆ ਨੇ ਕਿਹਾ, ਮੈਨੂੰ ਇਹ ਕੋਇਨ ਦਿਓ। he took the coin, ਉਸਨੇ ਕੋਇਨ ਲਿਆ। don't follow me, ਮੇਰੇ ਪਿੱਛੇ ਨਾ ਆਇਓ। that fellow is suspicious, ਕਿ ਜਿਹਦੇ ਕੋਲ ਮੈਂ ਤੈਨੂੰ ਚਾਵਲ ਲੈ ਕੇ ਦੇਣੇ ਹਨ, ਉਹ ਵਿਅਕਤੀ ਬੜਾ ਸ਼ੱਕੀ ਹੈ। he will say no, ਉਹ ਨਾ ਕਰੇਗਾ। the moment he sees anyone with me, ਕਿ ਜਿਹੜੇ ਪਲ ਉਸਨੇ ਦੇਖਿਆ ਕਿ ਕੋਈ ਦੂਜਾ ਬੰਦਾ ਵੀ ਮੇਰੇ ਨਾਲ ਆਇਆ ਹੈ। you wait here, ਤੂੰ ਇੱਥੇ ਇੰਤਜ਼ਾਰ ਕਰ। I will be back, ਮੈਂ ਹੁਣੇ ਆਵਾਂਗਾ। but I can't promise, ਪਰ ਮੈਂ ਪ੍ਰੋਮਿਸ ਨਹੀਂ ਕਰਦਾ। if he says no, ਜੇ ਉਹ ਵਿਅਕਤੀ ਜਿਹਦੇ ਕੋਲ ਮੈਂ ਚਾਵਲ ਲੈਣ ਚੱਲਿਆ ਹਾਂ, ਜੇ ਉਹਨੇ ਨਾ ਕਹਿ ਦਿੱਤੀ, it will be just your luck, ਤਾਂ ਇਹ ਤੇਰੀ ਕਿਸਮਤ ਹੋਏਗੀ। that is all, ਇਹੀ ਹੈ। give me the coin, ਮੈਨੂੰ ਕੋਇਨ ਦੇ ਦੇ। he was gone with the 8 annas and the man stood on the street corner, ਉਹ 8 ਆਨੇ ਲੈ ਕੇ ਚਲਾ ਗਿਆ ਅਤੇ ਦੂਜਾ ਵਿਅਕਤੀ ਗਲੀ ਦੇ ਕਾਰਨਰ ਤੇ ਖੜਾ ਹੋ ਗਿਆ। 3 hours had gone by, 3 ਘੰਟੇ ਬੀਤ ਗਏ। and yet there was no sign of ਸੁਭਿਆ, ਅਤੇ ਸੁਭਿਆ ਦਾ ਕੋਈ ਨਾਮ ਨਿਸ਼ਾਨ ਨਹੀਂ ਸੀ। the night had deepened, ਰਾਤ ਹੋਰ ਹਨੇਰੀ ਹੁੰਦੀ ਗਈ। the man began to mutter several times to himself, mutter ਹੁੰਦਾ ਬੁੜਬੁੜਾਣਾ। ਉਹ ਵਿਅਕਤੀ ਆਪਣੇ ਆਪ ਵਿੱਚ ਕਿੰਨੀ ਵਾਰ ਬੁੜਬੁੜਾਇਆ। well, what has happened, where is he, ਅੱਛਾ ਹੁਣ ਕੀ ਵਾਪਰਿਆ ਹੈ, ਉਹ ਕਿੱਥੇ ਹੈ। where has he gone, ਉਹ ਕਿੱਥੇ ਗਿਆ। when am I to go home and cook the rice, ਮੈਂ ਕਦੋਂ ਘਰ ਜਾਵਾਂ ਤੇ ਕਦੋਂ ਚਾਵਲ ਬਣਾਵਾਂ। the children, oh the children, ਬੱਚੇ, oh ਮੇਰੇ ਬੱਚੇ। he turned and walked in the direction the other had gone, but that took him nowhere, because the other had pretended to go that way in order not to show where his secret godown was. he turned and walked in the direction the other had gone, ਉਹ ਮੁੜਿਆ ਅਤੇ ਉਸ ਡਾਇਰੈਕਸ਼ਨ ਵੱਲ ਚੱਲਿਆ ਜਿੱਥੇ ਉਹ ਦੂਜਾ ਆਦਮੀ ਗਿਆ ਸੀ। ਦੂਜਾ ਆਦਮੀ ਕੌਣ ਸੀ? ਸੁਭਿਆ। but that took him nowhere, ਪਰ ਉਹ ਡਾਇਰੈਕਸ਼ਨ ਉਹਨੂੰ ਕਿਸੇ ਪਾਸੇ ਵੀ ਨਾ ਲੈ ਕੇ ਗਈ। because the other had pretended, ਕਿਉਂਕਿ ਦੂਜੇ ਵਿਅਕਤੀ ਨੇ ਯਾਨੀ ਸੁਭਿਆ ਨੇ ਇੱਕ ਬਹਾਨਾ ਹੀ ਬਣਾਇਆ ਸੀ to go that way, ਉਸ ਪਾਸੇ ਜਾਣ ਦਾ, in order not to show where his secret godown was, ਤਾਂ ਕਿ ਉਹ ਨਾ ਕਿਸੇ ਨੂੰ ਸ਼ੋ ਕਰ ਸਕੇ ਕਿ ਉਸ ਦਾ ਸੀਕ੍ਰੇਟ ਗੋਡਾਊਨ ਕਿਹੜੇ ਪਾਸੇ ਹੈ। but actually had turned and gone off in another direction, ਪਰ ਅਸਲ ਵਿੱਚ ਉਹ ਅੱਗੇ ਜਾ ਕੇ ਕਿਸੇ ਹੋਰ ਡਾਇਰੈਕਸ਼ਨ ਵੱਲ ਮੁੜ ਗਿਆ ਸੀ, ਆਪਣੇ ਗੋਡਾਊਨ ਵਾਲੇ ਪਾਸੇ। the man wandered up and down, ਵਿਅਕਤੀ ਇੱਧਰ ਉੱਧਰ ਘੁੰਮਦਾ ਰਿਹਾ। through the silent streets, ਖਾਮੋਸ਼ ਗਲੀਆਂ ਵਿੱਚ। and went back to the main shop, ਅਤੇ ਉਸ ਦੀ ਮੁੱਖ ਦੁਕਾਨ ਵੱਲ ਚਲਾ ਗਿਆ। hoping he might be there, ਇਹ ਆਸ ਕਰਦੇ ਹੋਏ ਕਿ ਸ਼ਾਇਦ ਉਹ ਉੱਥੇ ਹੋਏ। he wasn't there either, ਉਹ ਉੱਥੇ ਵੀ ਨਹੀਂ ਸੀ। the lock was still on the door, ਦਰਵਾਜ਼ੇ ਤੇ ਹਜੇ ਵੀ ਤਾਲਾ ਸੀ। just as he had seen it before, ਜਿੱਦਾਂ ਉਸਨੇ ਥੋੜੀ ਦੇਰ ਪਹਿਲਾਂ ਦੇਖਿਆ ਸੀ। then he called at ਸੁਭਿਆ's house, ਫਿਰ ਉਸਨੇ ਸੁਭਿਆ ਦੇ ਘਰ ਵੱਲ ਪਹੁੰਚ ਕੀਤੀ। he knocked at the door, ਉਸਨੇ ਦਰਵਾਜ਼ਾ ਖੜਕਾਇਆ। ਸੁਭਿਆ's wife opened it, ਸੁਭਿਆ ਦੀ ਘਰਵਾਲੀ ਨੇ ਖੋਲ੍ਹਿਆ। he asked, ਉਸਨੇ ਪੁੱਛਿਆ, is ਸੁਭਿਆ at home, ਕਿ ਸੁਭਿਆ ਘਰ ਹੈ। no, he hasn't come home at all, ਨਹੀਂ ਉਹ ਅਜੇ ਘਰ ਨਹੀਂ ਆਇਆ। she looked very anxious, ਉਹ ਬੜੀ ਉਤੇਜਿਤ ਲੱਗਦੀ ਸੀ। by 6 next morning they became nervous,
ਅਗਲੀ ਸਵੇਰ ਦੇ 6 ਵਜੇ ਤੱਕ ਉਹ ਪਰੇਸ਼ਾਨ ਹੋ ਗਏ ਐਂਡ ਇਨ ਦੈਟ ਕੰਡੀਸ਼ਨ ਸ਼ੀ ਕੁਡ ਨਾਟ ਹੈਲਪ ਸੇਇੰਗ, ਅਤੇ ਇਸ ਹਾਲਤ ਵਿੱਚ ਉਹ ਇਹ ਕਹੇ ਬਿਨਾ ਨਾ ਰਹਿ ਸਕੀ, ਹੈਵ ਯੂ ਲੁਕਡ ਫॉर ਹਿਮ ਐਟ ਦਾ ਅਦਰ ਗੋਡਾਊਨ, ਕਿ ਤੂੰ ਉਸ ਨੂੰ ਉਸ ਦੇ ਦੂਜੇ ਗੋਡਾਊਨ ਵਿੱਚ ਦੇਖਿਆ ਸੀ। ਵੇਅਰ ਇਜ਼ ਇਟ, ਤਾਂ ਫਿਰ ਦੂਜੇ ਵਿਅਕਤੀ ਨੇ ਕਿਹਾ ਉਹ ਕਿੱਥੇ ਆ। ਸ਼ੀ ਹੈਡ ਟੂ ਟੈਲ, ਉਸ ਨੂੰ ਇਹ ਦੱਸਣਾ ਹੀ ਪੈਣਾ ਸੀ, ਬੀਇੰਗ ਦਾ ਓਨਲੀ ਪਰਸਨ ਹੂ ਨਿਊ ਇਟਸ ਵੇਅਰ ਅਬਾਊਟਸ, ਕਿਉਂਕਿ ਉਹ ਸਿਰਫ ਇਕੱਲੀ ਹੀ ਸੀ ਜਿਹਨੂੰ ਉਸ ਬਾਰੇ ਪਤਾ ਸੀ। ਦੇ ਸਟਾਰਟਡ ਆਊਟ, ਉਹ ਉਸ ਵੱਲ ਚੱਲਣ ਲਈ ਨਿਕਲ ਪਏ। ਆਫਟਰ ਪਾਸਿੰਗ ਥਰੂ ਸਮ ਬਾਈ ਲੇਨਸ ਹੁੰਦੀਆਂ ਗਲੀਆਂ, ਕੁਝ ਗਲੀਆਂ ਦੇ ਵਿੱਚੋਂ ਲੰਘਣ ਤੋਂ ਬਾਅਦ ਦੇ ਕੇਮ ਅਪਨ ਦਾ ਬਿਲਡਿੰਗ, ਉਹ ਉਸ ਇਮਾਰਤ ਤੇ ਪਹੁੰਚੇ। ਦਾ ਡੋਰ ਵਾਜ਼ ਬੋਲਟਡ ਫਰੋਮ ਇਨਸਾਈਡ, ਦਰਵਾਜ਼ੇ ਨੂੰ ਅੰਦਰੋਂ ਕੁੰਡੀ ਲੱਗੀ ਹੋਈ ਸੀ। ਦੇ ਨੋਕਡ ਔਨ ਇਟ, ਉਹਨਾਂ ਨੇ ਇਸ ਨੂੰ ਖੜਕਾਇਆ। ਫਾਈਨਲੀ ਦੇ ਹੈਡ ਟੂ ਬ੍ਰੇਕ ਓਪਨ ਦਾ ਫਰੰਟ ਵੈਂਟੀਲੇਟਰ, ਅੰਤ ਵਿੱਚ ਉਹਨਾਂ ਨੂੰ ਸਾਹਮਣੇ ਵਾਲਾ ਰੋਸ਼ਨਦਾਨ ਤੋੜ ਕੇ ਖੋਲ੍ਹਣਾ ਪਿਆ। ਸਲਿਪ ਅ ਬॉय ਥਰੂ ਇਟ, ਤਾਂ ਉਹ ਲੜਕਾ ਅੰਦਰ ਨੂੰ ਗਿਆ। ਐਂਡ ਦੈਨ ਹੈਵ ਦਾ ਮੇਨ ਡੋਰ ਓਪਨਡ, ਫਿਰ ਮੇਨ ਡੋਰ ਖੋਲਿਆ ਗਿਆ। ਅ ਫੇਂਟ ਮਾਰਨਿੰਗ ਲਾਈਟ ਕੇਮ ਇਨ ਥਰੂ ਦਾ ਬ੍ਰੋਕਨ ਵੈਂਟੀਲੇਟਰ, ਇੱਕ ਮੱਧਮ ਜੀ ਸਵੇਰ ਦੀ ਰੋਸ਼ਨੀ ਉਸ ਟੁੱਟੇ ਹੋਏ ਰੋਸ਼ਨਦਾਨ ਦੇ ਵਿੱਚੋਂ ਅੰਦਰ ਨੂੰ ਆਈ। ਇਨ ਅ ਕਾਰਨਰ ਦੇ ਸੌ ਐਨ ਇਲੈਕਟ੍ਰਿਕ ਟਾਰਚ, ਇੱਕ ਕੋਨੇ ਵਿੱਚ ਉਹਨਾਂ ਨੇ ਇੱਕ ਇਲੈਕਟ੍ਰਿਕ ਟਾਰਚ ਦੇਖੀ। ਲਾਈਂਗ ਔਨ ਦਾ ਫਲੋਰ, ਜੋ ਕਿ ਫਲੋਰ ਤੇ ਡਿੱਗੀ ਹੋਈ ਸੀ। ਐਂਡ ਦੈਨ ਅ ਹਾਫ ਰੁਪੀ ਕੋਇਨ, ਅਤੇ ਉਸ ਦੇ ਨਾਲ 50 ਪੈਸੇ ਦਾ ਸਿੱਕਾ ਵੀ ਸੀ। ਐਂਡ ਅ ਲਿਟਲ ਆਫ ਅ ਹੈਂਡ ਸਟਕ ਆਊਟ ਆਫ ਅ ਪਾਈਲ ਆਫ ਫਾਲਨ ਬੈਗਸ, ਅਤੇ ਗਿਰੀਆਂ ਹੋਈਆਂ ਬੋਰੀਆਂ ਦੇ ਢੇਰ ਥੱਲੋਂ ਇੱਕ ਛੋਟਾ ਹੱਥ ਬਾਹਰ ਨੂੰ ਨਿਕਲਿਆ ਦਿਸ ਰਿਹਾ ਸੀ।